हाँ जी स्टूडेंट्स, हाजिर हाँ तुहाडे सामने कॉमर्स वाले दी नैक्सट वीडियो लैके। बेटा +1 ਦਾ ਹੁਣ ਤੱਕ ਜੋ ਆਪਾਂ ਕੀਤਾ ਉਹ ਕੀਤਾ ਸੀ ਫਾਈਨੈਂਸ਼ੀਅਲ ਸਟੇਟਮੈਂਟ ਵਿਦਆਊਟ ਐਡਜਸਟਮੈਂਟ ਮਤਲਬ ਜਿੰਦੇ ਵਿੱਚ ਐਡਜਸਟਮੈਂਟਸ ਨਹੀਂ ਦਿੱਤੀਆਂ ਹੁੰਦੀਆਂ। ਹੁਣ ਨੈਕਸਟ ਚੈਪਟਰ ਆ ਜਾਂਦਾ ਹੈ ਫਾਈਨੈਂਸ਼ੀਅਲ ਸਟੇਟਮੈਂਟਸ ਜਾਂ ਫਾਈਨਲ ਅਕਾਊਂਟਸ ਵਿਦ ਐਡਜਸਟਮੈਂਟ। ਬੇਟਾ ਫਾਈਨਲ ਅਕਾਊਂਟਸ ਵਿਦ ਐਡਜਸਟਮੈਂਟ ਸਟੂਡੈਂਟਸ ਨੂੰ ਥੋੜਾ ਜਿਹਾ ਔਖਾ ਲੱਗਦਾ ਹੈ ਹਨਾ, ਥੋੜਾ ਜਿਹਾ ਔਖਾ ਲੱਗਦਾ ਬਟ ਇਹਦੇ ਵਿੱਚ ਕੁਝ ਨਹੀਂ ਹੈ, ਕੁਝ ਵੀ ਨਹੀਂ ਹੈ ਜੇ ਥੋੜਾ ਜਿਹਾ ਧਿਆਨ ਨਾਲ ਕਰੋ ਤਾਂ, ਥੋੜਾ ਜਿਹਾ ਧਿਆਨ ਨਾਲ ਕਰੋ ਤਾਂ ਕੁਝ ਵੀ ਨਹੀਂ ਹੈ। ਕੁਝ ਐਡਜਸਟਮੈਂਟਸ ਹੁੰਦੀਆਂ ਨੇ, ਕੁਝ ਐਡਜਸਟਮੈਂਟਸ ਹੁੰਦੀਆਂ ਨੇ ਜਿਨ੍ਹਾਂ ਨੂੰ ਆਪਾਂ ਪ੍ਰੋਫਿਟ ਐਂਡ ਲਾਸ ਅਕਾਊਂਟ ਤੇ ਬੈਲੈਂਸ ਸ਼ੀਟ ਵਿੱਚ ਪੈਰਲਲ ਲੈ ਕੇ ਜਾਣਾ ਹੁੰਦਾ ਹੈ। ਠੀਕ ਹੈ, ਜਿਹੜੀਆਂ ਜਿਹੜੀਆਂ ਐਡਜਸਟਮੈਂਟਸ ਜੇ ਤੁਹਾਨੂੰ ਇਹ ਐਡਜਸਟਮੈਂਟਸ ਸਮਝ ਆ ਗਈਆਂ ਤੇ ਇਹਦਾ ਮਤਲਬ ਤੁਹਾਨੂੰ ਸਾਰਾ ਫਾਈਨਲ ਅਕਾਊਂਟਸ ਜਿਹੜਾ ਹੈ ਵਿਦ ਐਡਜਸਟਮੈਂਟਸ ਵੀ ਸਮਝ ਆ ਜਾਏਗਾ। ਹੁਣ ਇਹ ਗੱਲ ਹੈ ਵੀ ਆਪਾਂ ਹੁਣ ਤੱਕ ਫਾਈਨਲ ਅਕਾਊਂਟਸ ਕੀਤਾ ਕਿ ਟ੍ਰੇਡਿੰਗ ਅਕਾਊਂਟ ਕੀਤਾ, ਪ੍ਰੋਫਿਟ ਐਂਡ ਲਾਸ ਅਕਾਊਂਟ ਕੀਤਾ ਤੇ ਬੈਲੈਂਸ ਸ਼ੀਟ ਕੀਤਾ, ਹੈ ਤਾਂ ਸਭ ਕੁਝ ਇਹਦੇ 'ਚ ਵੀ ਉਹੀ। ਟ੍ਰੇਡਿੰਗ ਅਕਾਊਂਟ ਵੀ ਬਣਾਉਣਾ, ਪ੍ਰੋਫਿਟ ਐਂਡ ਲਾਸ ਅਕਾਊਂਟ ਵੀ ਬਣਾਉਣਾ ਤੇ ਬੈਲੈਂਸ ਸ਼ੀਟ ਵੀ ਬਣਾਉਣੀ ਹੈ। ਪਰ ਉਹਦੇ ਵਿੱਚ ਕੋਈ ਐਡਜਸਟਮੈਂਟਸ ਨਹੀਂ ਦਿੱਤੀਆਂ ਹੋਈਆਂ ਸੀ, ਇਹਦੇ ਵਿੱਚ ਐਡਜਸਟਮੈਂਟਸ ਦਿੱਤੀਆਂ ਹੋਈਆਂ। ਉਹਨਾਂ ਐਡਜਸਟਮੈਂਟਸ ਨੂੰ ਕਿਵੇਂ ਐਡਜਸਟ ਕਰਨਾ ਹੈ ਉਹ ਇਹਦੇ ਵਿੱਚ ਤੁਹਾਨੂੰ ਮੈਂ ਦੱਸਣ ਅੱਜ ਜਾ ਰਿਹਾ। ਦੇਖੋ ਟ੍ਰਾਇਲ ਬੈਲੈਂਸ ਦਿੱਤਾ ਹੁੰਦਾ, ਠੀਕ ਹੈ, ਟ੍ਰਾਇਲ ਬੈਲੈਂਸ ਦਿੱਤਾ ਹੁੰਦਾ ਹੈ। ਟ੍ਰਾਇਲ ਬੈਲੈਂਸ ਦੇ ਵਿੱਚ ਜਿਹੜੀਆਂ ਆਈਟਮਸ ਦਿੱਤੀਆਂ ਨੇ ਉਹਨਾਂ ਦਾ ਉਹਨਾਂ ਨੂੰ ਐਜ਼ ਇਟ ਇਜ਼ ਟ੍ਰੇਡਿੰਗ ਅਕਾਊਂਟ, ਪ੍ਰੋਫਿਟ ਐਂਡ ਲਾਸ ਅਕਾਊਂਟ ਤੇ ਬੈਲੈਂਸ ਸ਼ੀਟ ਵਿੱਚ ਲਿਖਦੇ ਜਾਣਾ ਹੈ। ਪਰ ਜੇ ਟ੍ਰਾਇਲ ਬੈਲੈਂਸ ਤੋਂ ਬਾਹਰ ਜੋ ਵੀ ਦਿੱਤਾ ਹੈ, ਟ੍ਰਾਇਲ ਬੈਲੈਂਸ ਤੋਂ ਥੱਲੇ ਜੋ ਵੀ ਦਿੱਤਾ ਹੋਇਆ ਹੈ ਉਹਨਾਂ ਨੂੰ ਐਡਜਸਟਮੈਂਟਸ ਕਹਿੰਦੇ ਨੇ। ਉਹਨਾਂ ਦੀ ਜੋ ਟ੍ਰੀਟਮੈਂਟ ਹੈ ਇਹਦਾ ਮਤਲਬ ਅਜੇ ਤੱਕ ਕਿਤੇ ਵੀ ਨਹੀਂ ਹੋਇਆ। ਇਹਦਾ ਮਤਲਬ ਉਹਨਾਂ ਐਂਟਰੀ ਦੀ ਟ੍ਰੀਟਮੈਂਟ ਹੈ ਜਿਹੜਾ ਉਹ ਅਜੇ ਤੱਕ ਉਹਨਾਂ ਜਿਹੜੀਆਂ ਵੀ ਆਈਟਮਸ ਨੇ ਉਹਨਾਂ ਦਾ ਟ੍ਰੀਟਮੈਂਟ ਅਜੇ ਤੱਕ ਕਿਤੇ ਵੀ ਨਹੀਂ ਹੋਇਆ, ਕਿਸੇ ਵੀ ਥਾਂ ਤੇ ਨਹੀਂ ਹੋਇਆ ਤੇ ਡਬਲ ਟ੍ਰੀਟਮੈਂਟ ਹੋਏਗਾ ਕਿਉਂਕਿ ਡਬਲ ਐਂਟਰੀ ਸਿਸਟਮ ਹੈ। ਆਪਣਾ ਕੀ ਪੜਿਆ, ਡਬਲ ਐਂਟਰੀ ਸਿਸਟਮ ਹੈ ਤਾਂ ਉਹਨਾਂ ਦਾ ਟ੍ਰੀਟਮੈਂਟ ਕੀ ਹੋਏਗਾ, ਡਬਲ ਹੋਏਗਾ। ਇੱਕ ਤਾਂ ਟ੍ਰੇਡਿੰਗ ਐਂਡ ਪ੍ਰੋਫਿਟ ਐਂਡ ਲਾਸ ਅਕਾਊਂਟ 'ਚ ਹੋਏਗਾ, ਇੱਕ ਬੈਲੈਂਸ ਸ਼ੀਟ 'ਚ ਹੋਏਗਾ। ਮੈਂ ਪਿਛਲੇ ਲੈਕਚਰ ਵਿੱਚ ਵੀ ਤੁਹਾਨੂੰ ਦੱਸਿਆ ਜਿਵੇਂ ਕਿ ਕਲੋਜ਼ਿੰਗ ਸਟਾਕ ਸੀ, ਕਲੋਜ਼ਿੰਗ ਸਟਾਕ ਦਾ ਡਬਲ ਟ੍ਰੀਟਮੈਂਟ ਹੁੰਦਾ ਸੀ। ਇੱਕ ਤਾਂ ਟ੍ਰੇਡਿੰਗ ਅਕਾਊਂਟ ਵਿੱਚ ਹੁੰਦਾ ਸੀ ਸੇਲਸ ਦੇ ਥੱਲੇ ਕਲੋਜ਼ਿੰਗ ਸਟਾਕ, ਠੀਕ ਹੈ, ਔਰ ਦੂਸਰਾ ਬੈਲੈਂਸ ਸ਼ੀਟ ਵਿੱਚ ਹੁੰਦਾ ਸੀ ਸਾਡਾ ਕਰੰਟ ਐਸੈਟ, ਹਨਾ, ਕਿਉਂਕਿ ਉਹ ਕਿੱਥੇ ਦਿੱਤਾ ਹੁੰਦਾ ਸੀ ਤਕਰੀਬਨ ਸਾਰੇ ਕੁਐਸਚਨਾਂ ਵਿੱਚ ਹੀ ਉਹ ਟ੍ਰਾਇਲ ਬੈਲੈਂਸ ਦੇ ਥੱਲੇ ਦਿੱਤਾ ਹੁੰਦਾ ਸੀ ਕਲੋਜ਼ਿੰਗ ਸਟਾਕ। ਮੀਨਸ ਕਹਿਣ ਦਾ ਇਹ ਹੈ, ਦਿਮਾਗ ਵਿੱਚ ਇੱਕ ਗੱਲ ਬਿਠਾ ਲਓ ਵੀ ਜਿਹੜੀਆਂ ਵੀ ਐਡਜਸਟਮੈਂਟਸ ਹਨ ਉਹਨਾਂ ਦਾ ਡਬਲ ਟ੍ਰੀਟਮੈਂਟ ਹੋਣਾ। ਉਹ ਦੋ ਥਾਵਾਂ ਤੇ ਜਾਣੀਆਂ ਨੇ, ਇੱਕ ਟ੍ਰੇਡਿੰਗ ਐਂਡ ਪ੍ਰੋਫਿਟ ਐਂਡ ਲਾਸ ਅਕਾਊਂਟ 'ਚ ਜਾਣਗੀਆਂ ਤੇ ਦੂਸਰਾ ਬੈਲੈਂਸ ਸ਼ੀਟ ਵਿੱਚ ਜਾਣਗੀਆਂ। ਓਕੇ, ਕਲੀਅਰ ਹੈ। ਹੁਣ ਐਡਜਸਟਮੈਂਟਸ ਦਾ ਮੈਂ ਲਿਸਟ ਬਣਾਈ ਹੈ, ਮੇਰੇ ਅਕੋਰਡਿੰਗ ਤਾਂ ਤਕਰੀਬਨ 10 ਐਡਜਸਟਮੈਂਟਸ ਨੇ ਜਿਹੜੀਆਂ ਕਿ ਤੁਹਾਨੂੰ ਦਿੱਤੀਆਂ ਜਾ ਸਕਦੀਆਂ ਨੇ। ਕਿੱਥੇ, ਟ੍ਰਾਇਲ ਬੈਲੈਂਸ ਦੇ ਥੱਲੇ। ਟ੍ਰਾਇਲ ਬੈਲੈਂਸ ਦੇ ਥੱਲੇ ਆ ਤਕਰੀਬਨ 10 ਐਡਜਸਟਮੈਂਟਸ ਹੀ ਦੀ ਲਿਸਟ ਹੀ ਮੇਰੇ ਸਾਹਮਣੇ ਆਈ ਕਿ ਇੰਨੀਆਂ ਕੋਈ ਐਡਜਸਟਮੈਂਟਸ ਨੇ ਜਿਹੜੀਆਂ ਤੁਹਾਨੂੰ ਦਿੱਤੀਆਂ ਜਾ ਸਕਦੀਆਂ ਨੇ। ਇਹਨਾਂ ਦੀ ਐਡਜਸਟਮੈਂਟ ਤੁਸੀਂ ਕਰਨੀ ਹੈ ਤੇ ਕਰਨੀ ਕੀ ਹੈ, ਡਬਲ ਕਰਨੀ ਹੈ। ਇੱਕ ਟ੍ਰੇਡਿੰਗ ਅਕਾਊਂਟ 'ਚ ਲੈ ਕੇ ਜਾਣੀ ਹੈ ਤੇ ਦੂਸਰੀ ਬੈਲੈਂਸ ਸ਼ੀਟ 'ਚ ਲੈ ਕੇ ਜਾਣੀ ਹੈ। 1 ਬਾय 1 ਕਰਦੇ ਚੱਲਨੇ ਆ, ਜਿੰਨੀਆਂ ਵੀ ਹੋ ਗਈਆਂ, 5 ਹੋਈਆਂ, 7 ਹੋਈਆਂ, ਜਿੰਨੀਆਂ ਵੀ ਹੋਈਆਂ ਆਪਾਂ ਕਰਵਾਵਾਂਗੇ ਬਾਕੀ ਨੈਕਸਟ ਲੈਕਚਰ 'ਚ। ਓਕੇ, ਦੇਖਦੇ ਹੋ, ਚਲੋ ਧਿਆਨ ਦਿਓ। ਸਭ ਤੋਂ ਪਹਿਲਾਂ ਹੈ ਕਲੋਜ਼ਿੰਗ ਸਟਾਕ। ਬੱਚੇ ਕਲੋਜ਼ਿੰਗ ਸਟਾਕ, ਕਲੋਜ਼ਿੰਗ ਸਟਾਕ ਦੀ ਐਡਜਸਟਮੈਂਟ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਚੁੱਕਿਆ। ਕਲੋਜ਼ਿੰਗ ਸਟਾਕ ਜਿਹੜਾ ਹੈ ਉਹ ਟ੍ਰੇਡਿੰਗ ਅਕਾਊਂਟ ਵਿੱਚ ਜਾਏਗਾ ਤੇ ਇੱਥੇ ਜਾਏਗਾ ਬਾਏ ਕਲੋਜ਼ਿੰਗ ਸਟਾਕ, ਠੀਕ ਹੈ, ਬਾਈ ਕਲੋਜ਼ਿੰਗ ਸਟਾਕ ਲਿਖਾਂਗੇ ਤੇ ਦੂਸਰੇ ਪਾਸੇ ਬੈਲੈਂਸ ਸ਼ੀਟ 'ਚ ਜਾਏਗਾ। ਬੈਲੈਂਸ ਸ਼ੀਟ 'ਚ ਕਿੱਥੇ ਜਾਏਗਾ, ਕਰੰਟ ਐਸੈਟਸ ਦੇ ਵਿੱਚ ਕਲੋਜ਼ਿੰਗ ਸਟਾਕ, ਠੀਕ ਹੈ। ਥੋੜੇ ਜਿਹੇ ਪਰਫਾਰਮੇ ਬਣਾਏ ਹੈ, ਟ੍ਰੇਡਿੰਗ ਅਕਾਊਂਟ ਦਾ ਅਲੱਗ ਹੈ, ਪ੍ਰੋਫਿਟ ਐਂਡ ਲਾਸ ਅਕਾਊਂਟ ਦਾ ਅਲੱਗ ਹੈ ਤੇ ਬੈਲੈਂਸ ਸ਼ੀਟ ਦਾ ਅਲੱਗ ਹੈ। ਉਧਰ ਕਲੋਜ਼ਿੰਗ ਸਟਾਕ ਟ੍ਰੇਡਿੰਗ ਅਕਾਊਂਟ 'ਚ ਚਲਾ ਗਿਆ, ਉਧਰ ਕਲੋਜ਼ਿੰਗ ਸਟਾਕ ਸਾਡਾ ਕਰੰਟ ਐਸੈਟ ਹੈ ਤੇ ਕਰੰਟ ਐਸੈਟ ਵਿੱਚ ਬੈਲੈਂਸ ਸ਼ੀਟ ਵਿੱਚ ਕਰੰਟ ਐਸੈਟਸ ਵਾਲੀ ਸਾਈਡ ਤੇ ਚਲਾ ਗਿਆ। ਓਕੇ, ਨੈਕਸਟ। ਹੁਣ ਅਗਲੀਆਂ ਐਡਜਸਟਮੈਂਟ ਬਹੁਤ ਇੰਪੋਰਟੈਂਟ ਨੇ ਸਾਰੀਆਂ। ਆਊਟਸਟੈਂਡਿੰਗ ਐਕਸਪੈਂਸਿਸ, ਆਊਟਸਟੈਂਡਿੰਗ ਐਕਸਪੈਂਸਿਸ। ਹੁਣ ਧਿਆਨ ਦਿਓ, ਆਊਟਸਟੈਂਡਿੰਗ ਐਕਸਪੈਂਸਿਸ ਹੁੰਦੇ ਕਿਹੜੇ ਨੇ। ਆਪਾਂ ਫਸਟ ਆਫ ਆਲ ਤਾਂ ਤੁਹਾਨੂੰ ਇਹ ਗੱਲ ਕਲੀਅਰ ਕਰਨਾ ਚਾਹਣਾ, ਜਿਹੜਾ ਵੀ
ਆ ਆਪਣਾ ਫਾਈਨਲ ਅਕਾਊਂਟਸ ਨੇ, ਜਿਹੜੀਆਂ ਵੀ ਫਾਈਨੈਂਸ਼ੀਅਲ ਸਟੇਟਮੈਂਟਸ ਨੇ ਉਹ 1 ਈਅਰ ਦੀਆਂ ਬਣਦੀਆਂ ਨੇ। ਆਪਾਂ ਇਸ ਗੱਲ ਤੋਂ ਤਾਂ ਜਾਣੂ ਹਾਂ, ਠੀਕ ਹੈ ਨਾ। ਇਹ ਇੱਕ ਸਾਲ ਦਾ, ਇੱਕ ਫਾਈਨੈਂਸ਼ੀਅਲ ਈਅਰ ਦੇ ਵਿੱਚ ਜੋ ਖਰਚੇ ਹੋਏ, ਜਿਵੇਂ 1 ਅਪ੍ਰੈਲ ਤੋਂ ਲੈ ਕੇ 31 ਮਾਰਚ ਤੱਕ, 1 ਜਨਵਰੀ ਤੋਂ ਲੈ ਕੇ 31 ਦਸੰਬਰ ਤੱਕ ਜੋ ਵੀ ਖਰਚੇ ਹੋਏ ਉਹ ਅਸੀਂ ਟ੍ਰੇਡਿੰਗ ਅਕਾਊਂਟ ਜਾਂ ਪ੍ਰੋਫਿਟ ਐਂਡ ਲਾਸ ਅਕਾਊਂਟ 'ਚ ਲਿਖਤੇ ਜਾਂਦੇ ਆ। ਸਾਨੂੰ ਉਸ ਈਅਰ ਦਾ, ਉਸ ਪਾਰਟਿਕੂਲਰ ਫਾਈਨੈਂਸ਼ੀਅਲ ਈਅਰ ਦਾ ਗ੍ਰੋਸ ਪ੍ਰੋਫਿਟ ਤੇ ਨੈਟ ਪ੍ਰੋਫਿਟ ਪਤਾ ਲੱਗ ਜਾਂਦਾ, ਠੀਕ ਹੈ। ਹੁਣ ਗੱਲ ਆ ਜਾਂਦੀ ਹੈ ਐਡਜਸਟਮੈਂਟ ਵਿੱਚ, ਜੇ ਸਾਨੂੰ ਆਊਟਸਟੈਂਡਿੰਗ ਐਕਸਪੈਂਸਿਸ ਕੋਈ ਵੀ ਦਿੱਤਾ ਹੈ, ਫਾਰ ਐਗਜ਼ਾਮਪਲ ਆਊਟਸਟੈਂਡਿੰਗ ਵੇਜਸ ਦਿੱਤੀਆਂ ਹੋਈਆਂ या और आउटस्टैंडिंग सैलरी दी है, ठीक है। कुछ किसी तरह के भी कोई एक्सपेंस दिता है, आप एग्जांपल लेने या वेजेस दी ने या सैलरी दी है। हुण आउटस्टैंडिंग है कि आउटस्टैंडिंग का मतलब है खर्चा जिहड़ा देना सी पर दिता नहीं, ऐसे एक्सपेंसिस जिहड़े देने सी पर दिते नहीं। मीनस कहंदा वो ऐसे साल दे सी, ऐसे साल दे सी, असी देने सी पर दिते नहीं, असी देने सी पर दिते नहीं। जे देने सी ते दिते नहीं तो इहदा मतलब वो इस साल दे खर्चियां दे विच ऐड करांगे, समझ लगी। फिर वो इस साल दे खर्चियां विच ऐड करांगे कि नहीं करांगे। मान लो वेजिस जिहड़ियां ने 5000 रुपया वेजिस असी ट्रायल बैलेंस विच दित्तियां होईयां ने, ट्रायल बैलेंस विच कितनियां दित्तियां ने 5000 ਦੀਆਂ वेजिस दित्तियां होईयां ने, ते थल्ला दित्ता है एडजस्टमेंट विच वेजिस आउटस्टैंडिंग कितनियां 500, मतलब कहंदा 500 रुपए ਦੀਆਂ वेजिस ऐसी मजदूरी है ਜਿਹੜੀ ਇਸ ਸਾਲ ਦੇਣੀ ਸੀ ਪਰ ਅਜੇ ਦਿੱਤੀ ਨਹੀਂ, ਦੇਣੀ ਪੈਣੀ ਹੈ, ਦੇਣੀ ਪੈਣੀ ਹੈ। ਇਸ ਲਈ ਟ੍ਰਾਇਲ ਬੈਲੈਂਸ ਵਿੱਚ ਜਿੰਨੀਆਂ ਵੀ ਵੇਜਸ ਦਿੱਤੀਆਂ ਨੇ ਉਹਦੇ ਵਿੱਚ ਆਊਟਸਟੈਂਡਿੰਗ ਵੇਜਸ ਜਿਹੜੀਆਂ ਉਹ ਐਡ ਹੋ ਜਾਣਗੀਆਂ। ਐਡ ਹੀ ਕਰਾਂਗੇ ਨਾ ਬੱਚੇ, ਕਿਉਂਕਿ ਦੇਣੀਆਂ ਸੀ ਦਿੱਤੀਆਂ ਨਹੀਂ ਪਰ ਦੇਣੀਆਂ ਤਾਂ ਪੈਣੀਆਂ ਨੇ ਨਾ ਅਲਟੀਮੇਟਲੀ। ਇਸ ਲਈ ਇਹ ਜਾਣੀਆਂ ਕਿੱਥੇ, ਜਿਵੇਂ ਟ੍ਰੇਡਿੰਗ ਵੇਜਸ ਕਿੱਧਰ ਕਾਹਦੀ ਆਈਟਮ ਹੈ, ਟ੍ਰੇਡਿੰਗ ਅਕਾਊਂਟ ਦੀ, ਤਾਂ ਕੀ ਆਏਗਾ 2 ਵੇਜਸ, ਵੇਜਸ ਕਿੰਨੀਆਂ 5000 ਤੇ ਐਡ ਕੀ ਹੋਏਗਾ आउटस्टैंडिंग वेजेस, आउटस्टैंडिंग वेजेस कितनी 500, टोटल आउटर कॉलम में कितना हो जाएगा 5500, टोटल आउटर कॉलम में किधर चल जाएगा 5500 रुपया चल जाएगा। सेम ही सैलरी की गल, सैलरी मान लो आउटस्टैंडिंग आ गई तो सैलरी इत्थे आ जाएगी प्रॉफिट एंड लॉस अकाउंट दी आइटम है, इनडायरेक्ट एक्सपेंसेस है तो 2 सैलरी कितनी है 5000, फॉर एग्जांपल 5000 की सैलरी सी ते आउटस्टैंडिंग सैलरी भी 500 रुपया सी, ਤਾਂ ਪ੍ਰੋਫਿਟ ਐਂਡ ਲਾਸ ਅਕਾਊਂਟ ਸੈਲਰੀ ਆ ਜਾਏਗੀ 5000, ਐਡ ਕੀ ਕਰ ਦਾਂਗੇ ਆਊਟਸਟੈਂਡਿੰਗ ਸੈਲਰੀ ਕਿੰਨੀ ਹੋ ਜਾਏਗੀ 500 ਤੇ ਆਊਟਰ ਕਾਲਮ ਵਿੱਚ ਕੀ ਆ ਜਾਏਗਾ 5500 ਰੁਪਏ। ਕਲੀਅਰ, ਓਕੇ। ਹੁਣ ਦੇਖੋ, ਹੁਣ ਆਊਟਸਟੈਂਡਿੰਗ एक्सपेंसिस दी एक ट्रीटमेंट साडे कोल हो गई है, वो है ट्रेडिंग या प्रॉफिट एंड लॉस अकाउंट च वेजेस या सैलरी वो असी लिख दी हुई है, ठीक है। हुण डबल ट्रीटमेंट है, डबल ट्रीटमेंट का मतलब या एक तो प्रॉफिट एंड लॉस ट्रेडिंग एंड प्रॉफिट एंड लॉस अकाउंट च जाएगी, दूसरा बैलेंस शीट में भी जाएगी। हुण बैलेंस शीट च सारी किहड़ी साइड ते जाएगी, देखो वेजेस देनियां सी पर दित्तियां नहीं, सैलरी देनी सी पर दित्ती नहीं, ਇਹਦਾ मतलब आउटस्टैंडिंग है ਤਾਂ देनी सी पर दित्ती नहीं, मतलब खर्चा होना सी पर कीता नहीं, तो ਇਹਦਾ मतलब ਅਸੀਂ करना पैना है। अल्टीमेटली तो देना ही पैना ना, अल्टीमेटली वेजेस देनियां पैणियां ने, अल्टीमेटली सैलरी देनी पैनी है। जे देनी पैनी है तो साडी की बन गई लायबिलिटी, साडी की बन गई लायबिलिटी है, जिम्मेवारी है। इसलिए बैलेंस शीट में की आ जाएगा आ लायबिलिटी साइड है ते आ केड़ी है एसेट साइड। बैलेंस शीट में एसेट साइड ते की आ जाएगा आउटस्टैंडिंग सैलरी, आउटस्टैंडिंग सैलरी। क्लियर, ओके। डबल ट्रीटमेंट हो चुका है आउटस्टैंडिंग दा, ट्रेडिंग एंड प्रॉफिट एंड लॉस अकाउंट भी हो गया ते बैलेंस शीट भी हो गया। नेक्स्ट आ जाता बच्चे प्रीपेड, प्रीपेड एक्सपेंसेस। प्रीपेड एक्सपेंसेस ऐसे एक्सपेंसेस होंदे ने जिहड़े इस फाइनेंशियल ईयर दे नहीं होंदे, असी अगले फाइनेंशियल ईयर दे पहले ही दे चुके हैं। यही हो गया ना, प्रीपेड मतलब पहला देना, पहला देना मतलब अगले फाइनेंशियल ईयर नाल। देखो 31 मार्च 2020 तक आ फाइनेंशियल ईयर सी, असी 21 दे भी एक्सपेंसिस दे दे, इनका मतलब प्रीपेड करते। प्रीपेड कीते तां इनका मतलब वो आए किधर साडे ट्रायल बैलेंस विच आ गए कुदरती, क्योंकि असी पे कीते सी साडे ट्रायल बैलेंस विच आ गए, लेकिन थले एडजस्टमेंट विच उन्होंने दस दिता कि इस
ਸਾਲ ਨਾਲ ਸੰਬੰਧਿਤ ਨਹੀਂ ਸਨ, ਉਹ ਅਗਲੇ ਸਾਲ ਨਾਲ ਸੰਬੰਧਿਤ ਸੀ, ਅਸੀਂ ਪ੍ਰੀਪੇਡ ਕੀਤੇ। ਜੇ ਪ੍ਰੀਪੇਡ ਕੀਤੇ ਮਤਲਬ ਜੇ ਪ੍ਰੀਪੇਡ ਐਕਸਪੈਂਸਿਸ ਕੀਤੇ ਨੇ ਤਾਂ ਉਹ ਕੀ ਹੋ ਜਾਣਗੇ, ਐਕਸਪੈਂਸਿਸ ਦੇ ਵਿੱਚੋਂ ਲੈਸ ਹੋਣਗੇ। ਉਹ ਤਾਂ ਗੱਲ ਕਲੀਅਰ ਹੈ ਨਾ। ਜੇ ਐਸੇ ਐਕਸਪੈਂਸਿਸ, ਕੋਈ ਕਮਿਸ਼ਨ ਸੀ, ਕਮਿਸ਼ਨ ਦੇਤਾ ਜਾਂ ਕੋਈ ਵੇਜਿਸ ਸੀ, ਪ੍ਰੀਪੇਡ ਵੇਜਿਸ ਨੇ, ਉਹ ਵੇਜਿਸ ਅਸੀਂ ਅਗਲੇ ਸਾਲ ਦੇਣੀਆਂ ਸੀ, ਐਸੇ ਸਾਲ ਦੇ ਦਿੱਤੀਆਂ ਗਈਆਂ ਨੇ, ਤਾਂ ਉਹ ਕੀ ਹੋ ਜਾਣਗੀਆਂ, ਇਸ ਸਾਲ ਦੇ ਖਰਚੇ ਵਿੱਚੋਂ ਲੈਸ ਹੋ ਜਾਣਗੀਆਂ। ਠੀਕ ਹੈ ਨਾ। ਜਿਵੇਂ ਆ ਫਾਰ ਐਗਜ਼ਾਮਪਲ ਵੇਜਿਸ 5000 ਸੀ, ਥੱਲੇ ਐਡਜਸਟਮੈਂਟ ਵਿੱਚ ਕੀ ਆ ਜਾਂਦਾ, ਪ੍ਰੀਪੇਡ ਵੇਜਿਸ ਕਿੰਨੀਆਂ ਨੇ, 500, ਤਾਂ ਇੱਥੇ ਕੀ ਆਏਗਾ ਬੱਚੇ, ਫਿਰ ਲੈਸ ਹੋ ਜਾਏਗਾ ਪ੍ਰੀਪੇਡ ਵੇਜਿਸ 500, ਫਿਰ ਕਿੰਨਾ ਰਹਿ ਜਾਏਗਾ ਇੱਥੇ 4500। ਕਿੰਨਾ ਰਹਿ ਜਾਏਗਾ 4500। ਹੁਣ ਐਡਜਸਟਮੈਂਟ ਹੋ ਗਈ, ਸਿੰਗਲ ਐਡਜਸਟਮੈਂਟ, ਡਬਲ ਕਰਨੀ ਹੈ। ਠੀਕ ਹੈ। ਡਬਲ ਟ੍ਰੀਟਮੈਂਟ, ਇੱਕ ਟ੍ਰੀਟਮੈਂਟ ਹੋ ਚੁੱਕਿਆ ਹੈ, ਡਬਲ ਟ੍ਰੀਟਮੈਂਟ ਵਿੱਚ ਬੈਲੈਂਸ ਸ਼ੀਟ 'ਚ ਜਾਣੀ ਹੈ। ਜੀ ਦੇਖੋ ਨਾ, ਅਗਲੇ ਸਾਲ ਇਹਦਾ ਮਤਲਬ ਦੇਣੀਆਂ ਨਹੀਂ ਪੈਣੀਆਂ ਵੇਜਿਸ, ਅਗਲੇ ਸਾਲ ਨਹੀਂ ਦੇਣੀਆਂ ਪੈਣੀਆਂ, ਤਾਂ ਸਾਡਾ ਕੀ ਬਣ ਗਿਆ, ਉਹ ਐਸਟ ਬਣ ਗਿਆ। ਠੀਕ ਹੈ ਨਾ। ਅਗਲੇ ਸਾਲ ਨਹੀਂ ਦੇਣੀਆਂ ਪੈਣੀਆਂ, ਇਹਦਾ ਮਤਲਬ ਉਹ ਅਗਲੇ ਸਾਲ ਸਾਡਾ ਖਰਚਾ ਬਚੇਗਾ, ਤਾਂ ਸਾਡੀਆਂ ਕੀ ਬਣ ਗਿਆ, ਉਹ ਐਸਟ ਬਣ ਚੁੱਕਿਆ। ਉਹ ਕੀ ਬਣ ਗਿਆ ਸਾਡਾ ਐਸਟ ਬਣ ਗਿਆ। ਆਊਟਸਟੈਂਡਿੰਗ ਲਾਇਬਿਲਿਟੀ ਹੈ, ਪ੍ਰੀਪੇਡ ਸਾਡਾ ਐਸਟ। ਓਕੇ, ਇੱਥੇ ਆ ਜਾਏਗਾ ਜਿਹੜੀ ਇਹ ਵਾਲੀ ਸਾਈਡ ਤੇ ਬੈਲੈਂਸ ਸ਼ੀਟ ਦੀ ਐਸਟ ਸਾਈਡ ਤੇ ਕੀ ਆ ਜਾਏਗਾ, ਪ੍ਰੀਪੇਡ ਐਕਸਪੈਂਸ। ਕੋਈ ਵੀ ਐਕਸਪੈਂਸ ਹੋ ਸਕਦਾ ਹੈ, ਪ੍ਰੀਪੇਡ ਜਿਹੜਾ ਪਹਿਲਾਂ ਹੀ ਐਕਸਪੈਂਸ ਅਸੀਂ ਦੇ ਚੁੱਕੇ ਹਾਂ। ਨੈਕਸਟ, ਅਕਰੂਡ ਇਨਕਮ। ਅਕਰੂਡ ਇਨਕਮ ਦਾ ਮਤਲਬ ਹੈ ਐਸੀ ਇਨਕਮ ਜੋ ਮਿਲਣੀ ਸੀ ਪਰ ਮਿਲੀ ਨਹੀਂ। ਐਸੀ ਇਨਕਮ ਜੋ ਮਿਲਣੀ ਸੀ ਪਰ ਮਿਲੀ ਨਹੀਂ। ਜੇ ਮਿਲਣੀ ਸੀ ਪਰ ਮਿਲੀ ਨਹੀਂ ਮੀਨਸ ਐਸੇ ਸਾਲ ਦੀ ਹੈ, ਐਸ ਸਾਲ ਮਿਲਣੀ ਸੀ ਪਰ ਸਾਨੂੰ ਮਿਲੀ ਨਹੀਂ, ਇਹੀ ਹੋ ਗਿਆ ਨਾ। ਇਸ ਸਾਲ ਦੀ ਇਨਕਮ ਹੈ, ਸਾਨੂੰ ਮਿਲਣੀ ਸੀ ਪਰ ਮਿਲੀ ਨਹੀਂ। ਫਾਰ ਐਗਜ਼ਾਮਪਲ ਕੋਈ ਕਮਿਸ਼ਨ ਹੈ 5000 ਰੁਪਏ ਦਾ, ਥੱਲੇ ਆ ਗਿਆ ਅਕਰੂਡ ਕਮਿਸ਼ਨ। ਅਕਰੂਡ ਕਮਿਸ਼ਨ, ਕਮਿਸ਼ਨ ਸਾਡੀ ਕਮਿਸ਼ਨ ਰਿਸੀਵਡ ਕਿੰਨਾ, 5000 ਰੁਪਏ। ਅਕਰੂਡ ਕਮਿਸ਼ਨ, ਅਕਰੂਡ ਕਮਿਸ਼ਨ ਦਾ ਮਤਲਬ ਹੈ ਐਸਾ ਕਮਿਸ਼ਨ ਜਿਹੜਾ ਮਿਲਣਾ ਸੀ ਪਰ ਮਿਲਿਆ ਨਹੀਂ। ਜੇ ਮਿਲਿਆ ਨਹੀਂ ਹੈਗਾ ਤਾਂ ਇਸ ਸਾਲ ਦਾ ਸੀ, ਮਿਲ ਜੇਗਾ, ਇਸ ਲਈ ਉਹਨੂੰ ਕੀ ਕਰਾਂਗੇ, ਐਡ। ਉਹਨੂੰ ਕੀ ਕਰਾਂਗੇ, ਐਡ। ਇਹਦਾ ਮਤਲਬ 5500 ਰੁਪਏ ਦਾ ਕੀ ਹੋ ਗਿਆ, ਸਾਡੇ ਕੋਲ ਕਮਿਸ਼ਨ ਹੈ, ਜਿਹੜਾ ਕਿ ਅਸੀਂ ਇਸ ਸਾਲ ਵਿੱਚ ਪਾਵਾਂਗੇ, ਕਿਉਂਕਿ ਇਸ ਸਾਲ ਦਾ ਅਕਰੂਡ ਕਮਿਸ਼ਨ ਵੀ ਹੈ ਜਿਹੜਾ ਮਿਲਣਾ ਸੀ ਪਰ ਮਿਲਿਆ ਨਹੀਂ, ਜਿਹੜਾ ਮਿਲਣਾ ਸੀ ਪਰ ਮਿਲਿਆ ਨਹੀਂ। ਇਸ ਲਈ ਇਨਕਮ ਵਾਲੀ ਸਾਈਡ ਤੇ ਕਮਿਸ਼ਨ ਆਉਂਦਾ ਕਿੱਧਰ ਹੈ, ਇਨਡਾਇਰੈਕਟ ਐਕਸਪੈਂਸ ਹੈ। ਇਨਡਾਇਰੈਕਟ ਐਕਸਪੈਂਸ ਕਿੱਧਰ ਆਏਗਾ, ਪ੍ਰੋਫਿਟ ਐਂਡ ਲਾਸ ਅਕਾਊਂਟ ਦੇ ਵਿੱਚ, ਤਾਂ ਇੱਧਰ ਇਸ ਸਾਈਡ ਤੇ ਆਏਗਾ ਬਾਏ ਕਮਿਸ਼ਨ। ਕਿੰਨਾ ਹੈ 5000, ਐਡ ਕੀ ਆਏਗਾ ਅਕਰੂਡ। ਅਕਰੂਡ ਕਿੰਨਾ 500, ਕਿੰਨਾ ਹੋ ਗਿਆ 5500। ਕਿੰਨਾ ਹੋ ਗਿਆ 5500 ਰੁਪਇਆ ਕਮਿਸ਼ਨ ਸਾਡਾ ਜਿਹੜਾ ਹੈ ਹੋ ਚੁੱਕਿਆ। ਉਹ ਇਨਕਮ ਵਾਲੀ ਸਾਈਡ ਤੇ ਸਾਡੇ ਆ ਜਾਏਗਾ। ਠੀਕ ਹੈ ਨਾ। ਹੁਣ ਦੇਖੋ ਕਮਿਸ਼ਨ ਮਿਲਣ, ਇਹਦਾ ਡਬਲ ਟ੍ਰੀਟਮੈਂਟ ਕਰਨਾ ਹੈ। ਹੁਣ ਬੈਲੈਂਸ ਸ਼ੀਟ 'ਚ ਕਿਹੜੀ ਸਾਈਡ ਤੇ ਜਾਏਗਾ, ਧਿਆਨ ਦਿਓ, ਬੈਲੈਂਸ ਸ਼ੀਟ 'ਚ ਕਿਹੜੀ ਸਾਈਡ ਤੇ ਜਾਏਗਾ, ਮਿਲਣਾ ਸੀ ਪਰ ਮਿਲਿਆ ਨਹੀਂ। ਅਲਟੀਮੇਟਲੀ ਮਿਲੇਗਾ, ਅਲਟੀਮੇਟਲੀ ਤਾਂ ਮਿਲੇਗਾ। ਠੀਕ ਹੈ ਨਾ। ਜੇ ਮਿਲੇਗਾ ਤੇ ਸਾਡੇ ਕੀ ਹੋਏਗਾ, ਐਸਟ ਹੋਏਗਾ। ਜੇ ਮਿਲੇਗਾ ਤੇ ਸਾਡਾ ਕੀ ਹੋਏਗਾ, ਐਸਟ ਹੋਏਗਾ। ਇਸ ਲਈ ਅਕਰੂਡ ਕਮਿਸ਼ਨ ਕਿੱਧਰ ਜਾਏਗਾ, ਸਾਡੀ ਐਸਟ ਸਾਈਡ ਤੇ। ਇੱਥੇ ਲਿਖਾਂਗੇ ਅਕਰੂਡ ਕਮਿਸ਼ਨ 500 ਰੁਪਏ। ਅਕਰੂਡ ਕਮਿਸ਼ਨ 500 ਰੁਪਏ ਮੀਨਸ ਹਰੇਕ ਐਡਜਸਟਮੈਂਟ ਦੀ ਡਬਲ ਟ੍ਰੀਟਮੈਂਟ ਕਰਨੀ ਹੈ। ਡਬਲ ਟ੍ਰੀਟਮੈਂਟ ਮਤਲਬ ਟ੍ਰੇਡਿੰਗ ਅਕਾਊਂਟ, ਪ੍ਰੋਫਿਟ ਐਂਡ ਲਾਸ ਅਕਾਊਂਟ 'ਚ ਵੀ ਲਿਖੀ ਚੱਲੋ ਤੇ ਬੈਲੈਂਸ ਸ਼ੀਟ 'ਚ ਵੀ ਲਿਖੀ ਚੱਲੋ, ਆਪਣੀ ਐਡਜਸਟਮੈਂਟਸ ਪੂਰੀਆਂ। ਠੀਕ ਹੈ। ਨੈਕਸਟ ਹੈ ਬੱਚੇ ਅਨਅਰਨਡ ਇਨਕਮ। ਅਨਅਰਨਡ ਦੇ ਜਿਵੇਂ ਨਾਮ ਤੋਂ ਹੀ ਪਤਾ ਲੱਗ ਰਿਹਾ ਹੈ ਵੀ ਅਨਅਰਨਡ, ਅਰਨਡ ਨਹੀਂ ਕੀਤੀ ਹੈ ਜੀ, ਅਰਨਡ ਨਹੀਂ ਕੀਤੀ ਪਰ ਮਿਲ ਗਈ। ਅਰਨਡ ਮੀਨਸ ਜਿਵੇਂ ਅਕਰੂਡ ਸੀ। ਅਕਰੂਡ ਕਿਹੜੀ ਸੀ ਭਲਾ, ਅਕਰੂਡ ਸੀ ਜਿਹੜੀ ਅਰਨ ਅਸੀਂ ਕਰ ਚੁੱਕੇ ਸੀ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ, ਅਸੀਂ ਅਰਨ ਕੀਤੀ ਸੀ, ਕਮਾਈ ਸੀ, ਪਰ ਸਾਨੂੰ ਮਿਲੀ ਨਹੀਂ। ਹੁਣ ਇਹ ਕੀ ਹੈ, ਅਨਅਰਨਡ। ਇਸ ਫਾਈਨੈਂਸ਼ੀਅਲ ਈਅਰ ਵਿੱਚ ਅਸੀਂ ਅਰਨਡ ਹੀ ਨਹੀਂ ਕੀਤੀ, ਅਸੀਂ ਕਮਾਈ ਨਹੀਂ, ਪਰ ਫਿਰ ਵੀ ਸਾਨੂੰ ਮਿਲ ਗਈ। ਇਹਦਾ ਮਤਲਬ ਇਸ ਫਾਈਨੈਂਸ਼ੀਅਲ ਈਅਰ ਦੇ ਨਾਲ ਸੰਬੰਧਿਤ ਨਹੀਂ ਹੈ। ਅਨਅਰਨਡ ਇਸ ਫਾਈਨੈਂਸ਼ੀਅਲ ਈਅਰ ਦੇ ਨਾਲ ਸੰਬੰਧਿਤ ਨਹੀਂ ਹੈ, ਉਹ ਨੈਕਸਟ ਫਾਈਨੈਂਸ਼ੀਅਲ ਈਅਰ ਵਿੱਚ ਮਿਲਣੀ ਸੀ। ਹੁਣ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਜਿਹੜੀ ਇਨਕਮ ਮਿਲਣੀ ਸੀ ਉਹ ਇਸ ਫਾਈਨੈਂਸ਼ੀਅਲ ਈਅਰ ਵਿੱਚ ਅਰਨ ਹੋਈ,
ਪਰ ਅਨਅਰਨਡ ਦਾ ਮਤਲਬ ਹੈ ਉਹ ਇਸ ਫਾਈਨੈਂਸ਼ੀਅਲ ਈਅਰ ਨਾਲ ਸੰਬੰਧਿਤ ਹੀ ਨਹੀਂ, ਉਹ ਨੈਕਸਟ ਫਾਈਨੈਂਸ਼ੀਅਲ ਈਅਰ ਨਾਲ ਸੰਬੰਧਿਤ ਸੀ, ਪਰ ਸਾਨੂੰ ਮਿਲ ਇਸ ਵਾਰੀ ਗਈ। ਜੇ ਇਸ ਵਾਰੀ ਮਿਲ ਗਈ ਤਾਂ ਇਹਦਾ ਮਤਲਬ ਉਹ ਇਸ ਸਾਲ ਦੀ ਨਹੀਂ ਸੀ। ਜੇ ਅਸੀਂ ਇਸ ਸਾਲ ਦੇ ਟ੍ਰੇਡਿੰਗ ਐਂਡ ਪ੍ਰੋਫਿਟ ਐਂਡ ਲਾਸ ਅਕਾਊਂਟ ਚ ਪਾਵਾਂਗੇ ਤਾਂ ਸਾਨੂੰ ਆਪਦਾ ਐਗਜ਼ੈਕਟ ਪ੍ਰੋਫਿਟ ਐਂਡ ਲਾਸ ਪਤਾ ਨਹੀਂ ਚੱਲੇਗਾ, ਸਾਨੂੰ ਐਗਜ਼ੈਕਟ ਗ੍ਰੋਸ ਪ੍ਰੋਫਿਟ ਪਤਾ ਨਹੀਂ ਚੱਲੇਗਾ, ਸਾਨੂੰ ਐਗਜ਼ੈਕਟ ਨੈਟ ਪ੍ਰੋਫਿਟ ਨਹੀਂ ਪਤਾ ਚੱਲੇਗਾ, ਉਹਨੂੰ ਨੈਕਸਟ ਈਅਰ ਦੀ ਇਨਕਮ ਵਿੱਚ ਪਾਵਾਂਗੇ। ਠੀਕ ਹੈ ਨਾ। ਜੇ ਸਾਨੂੰ ਇਸ ਸਾਲ ਕੋਈ ਐਸੀ ਇਨਕਮ ਹੈ ਜਿਹੜੀ ਅਗਲੇ ਸਾਲ ਦਾ ਕਮਿਸ਼ਨ ਸੀ, ਇਸ ਸਾਲ ਕਮਿਸ਼ਨ ਮਿਲ ਗਿਆ ਤਾਂ ਉਹਨੂੰ ਅਗਲੇ ਸਾਲ ਲੈ ਕੇ ਜਾਵਾਂਗੇ, ਇਸ ਸਾਲ ਦੇ ਕਮਿਸ਼ਨ ਦੇ ਵਿੱਚੋਂ ਉਹਨੂੰ ਲੈਸ ਕਰਾਂਗੇ। ਠੀਕ ਹੈ ਨਾ। ਐਸਾ ਕੋਈ ਵੀ ਫਾਰ ਐਗਜ਼ਾਮਪਲ ਕੋਈ ਕਮਿਸ਼ਨ ਹੈ, ਕਮਿਸ਼ਨ 5000 ਰੁਪਏ ਦਾ ਮੰਨ ਲਓ ਕਮਿਸ਼ਨ ਹੈ, ਉਹਦੇ ਵਿੱਚ ਨੈਕਸਟ ਐਡਜਸਟਮੈਂਟ ਦੇ ਵਿੱਚ ਹੈ ਅਨਅਰਨਡ ਕਮਿਸ਼ਨ ਜਿਹੜਾ ਉਹ 500 ਰੁਪਇਆ ਹੈ। 500 ਰੁਪਇਆ ਦਿੱਤਾ ਹੋਇਆ ਹੈ, ਇਹਦਾ ਮਤਲਬ ਹੈ ਇਸ 5000 ਦੇ ਵਿੱਚ 500 ਰੁਪਇਆ ਐਸਾ ਹੈ ਜਿਹੜਾ ਨੈਕਸਟ ਈਅਰ ਨਾਲ ਸੰਬੰਧਿਤ ਰੱਖਦਾ ਹੈ, ਜਿਹੜਾ ਨੈਕਸਟ ਫਾਈਨੈਂਸ਼ੀਅਲ ਈਅਰ ਨਾਲ ਸੰਬੰਧਿਤ ਹੈ। ਤਾਂ ਨੈਕਸਟ ਫਾਈਨੈਂਸ਼ੀਅਲ ਈਅਰ ਵਾਲਾ ਜਿਹੜਾ ਕਮਿਸ਼ਨ ਹੈ ਉਹ ਇਸ ਕਮਿਸ਼ਨ ਵਿੱਚੋਂ ਕੀ ਕਰਾਂਗੇ, ਲੈਸ ਕਰਾਂਗੇ ਨਾ। ਤਾਂ ਦੇਖੋ ਇਸ ਕਮਿਸ਼ਨ ਆਉਂਦਾ ਕਿੱਥੇ ਹੈ, ਪ੍ਰੋਫਿਟ ਐਂਡ ਲਾਸ ਅਕਾਊਂਟ ਚ। ਠੀਕ ਹੈ ਨਾ। ਇੱਥੇ ਬਾਈ ਕਮਿਸ਼ਨ ਕਿੰਨਾ ਆ ਗਿਆ, 5000 ਰੁਪਇਆ। ਠੀਕ ਹੈ ਨਾ। ਇਹਦੇ ਵਿੱਚੋਂ ਕੀ ਕਰਾਂਗੇ, ਅਨਅਰਨਡ ਕੀ ਕਰ ਦਾਂਗੇ, ਲੈਸ ਕੀ ਕਰਾਂਗੇ, ਅਨਅਰਨਡ ਕਿੰਨਾ 500, ਫਿਰ ਕਿੰਨਾ ਆ ਜਾਏਗਾ ਇੱਥੇ 4500 ਰੁਪਇਆ। ਕਿੰਨਾ ਆ ਜਾਏਗਾ 4500 ਰੁਪਇਆ ਜਿਹੜਾ ਹੈ ਸਾਨੂੰ ਐਗਜ਼ੈਕਟ ਪਤਾ ਲੱਗ ਜਾਏਗਾ ਇਸ ਫਾਈਨੈਂਸ਼ੀਅਲ ਈਅਰ ਨਾਲ ਸੰਬੰਧਿਤ ਕਿੰਨਾ ਸਾਡਾ 4500 ਰੁਪਇਆ। ਹੁਣ ਇਹਦਾ ਡਬਲ ਟ੍ਰੀਟ ਮਤਲਬ ਬੈਲੈਂਸ ਸ਼ੀਟ 'ਚ ਕਿੱਥੇ ਜਾਏਗਾ। ਬੈਲੈਂਸ ਸ਼ੀਟ ਵਿੱਚ ਵੇਖੋ ਇਸ ਸਾਲ ਸਾਨੂੰ ਪੈਸਾ ਮਿਲ ਚੁੱਕਿਆ, ਪਰ ਇਸ ਸਾਲ ਦਾ ਪੈਸਾ ਨਹੀਂ ਹੈ, ਇਹਦਾ ਮਤਲਬ ਉਹ ਸਾਡਾ ਕੀ ਹੋ ਗਿਆ, ਐਸਟ ਹੋ ਗਿਆ ਕਿ ਲਾਇਬਿਲਿਟੀ ਹੋ ਗਈ। ਯਾਰ ਇਸ ਸਾਲ ਪੈਸਾ ਮਿਲ ਗਿਆ ਪਰ ਹੈ ਨਹੀਂ ਸੀ ਤਾਂ ਉਹ ਸਾਡੀ ਲਾਇਬਿਲਿਟੀ ਬਣ ਗਈ ਨਾ, ਕਿਉਂਕਿ ਨੈਕਸਟ ਈਅਰ ਦਾ ਹੋ ਗਿਆ। ਠੀਕ ਹੈ ਨਾ। ਉਹ ਸਾਡੀ ਲਾਇਬਿਲਿਟੀ ਬਣ ਗਈ, ਜ਼ਿੰਮੇਵਾਰੀ ਬਣ ਗਈ। ਕਿਸੇ ਨੇ ਪੈਸੇ ਸਾਨੂੰ ਦੇਤੇ ਹੈ ਪਰ ਉਹ ਸਾਡੇ ਨਹੀਂ ਸੀ, ਉਹ ਜ਼ਿੰਮੇਵਾਰੀ ਉਹਨੂੰ ਵਾਪਸ ਕਰਨ ਦੀ। ਠੀਕ ਹੈ ਨਾ। ਐਸਾ ਪੈਸਾ ਜੋ ਇਸ ਸਾਲ ਨਾਲ ਸੰਬੰਧਿਤ ਨਹੀਂ ਸੀ ਉਹ ਸਾਨੂੰ ਮਿਲ ਚੁੱਕਿਆ ਹੈ, ਤਾਂ ਐਸੇ ਪੈਸੇ ਨੂੰ ਅਸੀਂ ਆਦੀ ਜ਼ਿੰਮੇਵਾਰੀ ਸਮਝਾਂਗੇ, ਨੈਕਸਟ ਈਅਰ ਉਹ ਪੈਸਾ ਇਨਕਮ ਦੇ ਤੌਰ ਤੇ ਸ਼ੋ ਕਰਨਾ ਹੈ। ਇਸ ਲਈ ਇਸ ਸਾਲ ਸਾਡੀ ਉਹ ਕੀ ਹੈ, ਸਾਡੀ ਬੈਲੈਂਸ ਸ਼ੀਟ ਵਿੱਚ ਉਹ ਕਿੱਧਰ ਸ਼ੋ ਹੋਏਗੀ, ਲਾਇਬਿਲਿਟੀ ਸਾਈਡ ਤੇ। ਕੀ ਹੋਏਗੀ, ਲਾਇਬਿਲਿਟੀ ਸਾਈਡ ਤੇ। ਤਾਂ ਇੱਥੇ ਕੀ ਹੋਏਗਾ, ਅਨਅਰਨਡ ਇਨਕਮ। ਕੋਈ ਵੀ ਅਨਅਰਨਡ ਕਮਿਸ਼ਨ, ਫਾਰ ਐਗਜ਼ਾਮਪਲ ਕਮਿਸ਼ਨ ਕਿੰਨਾ ਹੋ ਗਿਆ 500, ਇਹ ਕੀ ਆਏਗਾ ਲਾਇਬਿਲਿਟੀ ਸਾਈਡ ਤੇ। ਹੁਣ ਕਲੀਅਰ ਹੁੰਦੀ ਜਾਂਦੀ ਹੈ ਸਾਨੂੰ ਗੱਲ। ਕਲੋਜ਼ਿੰਗ ਸਟਾਕ ਵੀ ਹੋ ਗਿਆ, ਆਊਟਸਟੈਂਡਿੰਗ, ਪ੍ਰੀਪੇਡ, ਅਕਰੂਡ, ਅਨਅਰਨਡ। ਨੈਕਸਟ ਆ ਜਾਂਦਾ ਜੀ ਡੈਪਰੀਸ਼ੀਏਸ਼ਨ। ਹੁਣ ਬੱਚੇ ਡੈਪਰੀਸ਼ੀਏਸ਼ਨ ਕੀ ਹੁੰਦਾ, ਚਾਹੇ ਸਟ੍ਰੇਟ ਲਾਈਨ ਮੈਥਡ ਨਾਲ ਲਾਈਏ ਚਾਹੇ ਡਾਇਮੈਂਸ਼ਨਿੰਗ ਬੈਲੈਂਸ ਮੈਥਡ ਨਾਲ ਲਾਈਏ, ਤਾਂ ਡੈਪਰੀਸ਼ੀਏਸ਼ਨ ਹੈ ਜਿਹੜੀ ਉਹ ਐਸਟ ਦੇ ਉੱਤੇ ਲਗਾਈ ਜਾਂਦੀ ਹੈ। ਐਸਟ ਦੀ ਵੈਲਿਊ ਧੀਰੇ ਧੀਰੇ ਘਟਾਈ ਜਾਂਦੀ ਹੈ। ਕਿਉਂਕਿ ਐਸਟ ਦੀ ਇੱਕ ਸਰਟਨ ਲਾਈਫ ਹੁੰਦੀ ਹੈ। ਇਹ ਮੈਂ ਤੁਹਾਨੂੰ ਡੈਪਰੀਸ਼ੀਏਸ਼ਨ ਵਾਲੇ ਲੈਸਨ ਵਿੱਚ ਬੜਾ ਹੀ ਕਲੀਅਰ ਕਰ ਚੁੱਕਿਆ। ਠੀਕ ਹੈ। ਹੁਣ ਡੈਪਰੀਸ਼ੀਏਸ਼ਨ ਮੰਨ ਲਓ ਐਡਜਸਟਮੈਂਟ ਵਿੱਚ ਦਿੱਤੀ ਹੋਈ ਹੈ। ਪਹਿਲਾਂ ਇੱਕ ਹੋਰ ਤੁਹਾਨੂੰ ਸਾਰਾ ਦੱਸ ਦਿਆਂ ਵੀ ਇਹਨਾਂ ਵਿੱਚੋਂ ਕੋਈ ਵੀ ਆਊਟਸਟੈਂਡਿੰਗ ਕਮਿਸ਼ਨ ਟ੍ਰਾਇਲ ਬੈਲੈਂਸ ਵਿੱਚ ਦਿੱਤਾ ਹੈ, ਮੰਨ ਲਓ ਪ੍ਰੀਪੇਡ ਕਮਿਸ਼ਨ ਐਕਸਪੈਂਸਿਸ ਟ੍ਰਾਇਲ ਬੈਲੈਂਸ ਵਿੱਚ ਦਿੱਤਾ ਹੈ, ਅਕਰੂਡ ਇਨਕਮ ਟ੍ਰਾਇਲ ਬੈਲੈਂਸ ਵਿੱਚ ਦਿੱਤੀ ਹੈ, ਅਨਅਰਨਡ ਇਨਕਮ ਟ੍ਰਾਇਲ ਬੈਲੈਂਸ ਵਿੱਚ ਦਿੱਤਾ ਹੈ। ਜੇ ਸਾਰਾ ਕੁਝ ਟ੍ਰਾਇਲ ਬੈਲੈਂਸ ਵਿੱਚ ਦਿੱਤਾ ਹੋਇਆ ਹੈ ਤਾਂ ਇਹਦੀ ਡਬਲ ਟ੍ਰੀਟਮੈਂਟ ਨਹੀਂ ਕਰਨੀ। ਜੇ ਐਡਜਸਟਮੈਂਟ ਵਿੱਚ ਦਿੱਤਾ ਹੈ ਤਾਂ ਡਬਲ ਟ੍ਰੀਟਮੈਂਟ ਇਹਦੀ ਕਰਨੀ ਹੈ, ਅਦਰਵਾਈਜ਼ ਇਹਦੀ ਡਬਲ ਟ੍ਰੀਟਮੈਂਟ ਨਹੀਂ ਕੀਤੀ ਜਾਏਗੀ। ਦੇਖੋ ਜੇ ਇਨ ਕੇਸ ਇਹ ਸਾਰਾ ਕੁਝ ਆਪਾਂ ਨੂੰ ਟ੍ਰਾਇਲ ਬੈਲੈਂਸ ਵਿੱਚ ਦਿੱਤਾ ਹੋਇਆ ਹੈ ਤਾਂ ਫਿਰ ਕੀ ਹੋਏਗਾ, ਐਡਜਸਟਮੈਂਟ ਐਂਟਰੀ ਜਿਹੜੀ ਹੈ ਨਾ ਉਹ ਪਾਸ ਨਹੀਂ ਕੀਤੀ ਜਾਏਗੀ, ਸਿਰਫ ਤੇ ਸਿਰਫ ਬੈਲੈਂਸ ਸ਼ੀਟ ਵਿੱਚ ਉਹ ਸ਼ੋ ਕਰਾਇਆ ਜਾਏਗਾ। ਸਿਰਫ ਤੇ ਸਿਰਫ ਬੈਲੈਂਸ ਸ਼ੀਟ ਵਿੱਚ ਐਸਟ ਸਾਈਡ ਜਾਂ ਲਾਇਬਿਲਿਟੀ ਸਾਈਡ ਉਹ ਸ਼ੋ ਕੀਤਾ ਜਾਏਗਾ, ਕਿਉਂਕਿ ਉਧਰ ਤਾਂ ਪਹਿਲੀ ਐਡਜਸਟਮੈਂਟ ਹੋ ਚੁੱਕੀ ਹੈ। ट्रेडिंग एंड प्रॉफिट एंड लॉस अकाउंट का पहली एडजस्टमेंट हो चुकी है। क्लियर, ये सारी आइटम्स। नेक्स्ट आ जाता बच्चे डेप्रीशिएशन। नेक्स्ट क्या आ जाता है डेप्रीशिएशन। हुण डेप्रीशिएशन नूं किहड़ी साइड ते लैके जाना है ते किवें लैके जाना है। देखो इहदा डबल ट्रीटमेंट की होएगा। डेप्रीशिएशन साडे वास्ते की है, लॉस है। डेप्रीशिएशन साडे वास्ते की है, एक तरह का लॉस है। जे लॉस है बिजनेस वास्ते तो लॉस नूं किधर लैके जाने आ, इनडायरेक्ट एक्सपेंस है डेप्रीशिएशन, इसलिए प्रॉफिट एंड लॉस अकाउंट में जाएगा ते खर्चा शो होएगा, टू की होएगा डेप्रीशिएशन। डेप्रीशिएशन
ਖਰਚਾ ਸ਼ੋ ਹੋ ਗਿਆ 500 ਰੁਪਏ ਜਾਂ 10%। ਮੰਨ ਲਓ 5 ਕਿੰਨੇ ਦੀ ਮਸ਼ੀਨਰੀ ਸੀ, ਕੋਈ ਮਸ਼ੀਨਰੀ ਜਿਹੜੀ ਹੈ ਮਸ਼ੀਨਰੀ 2 ਲੱਖ ਰੁਪਏ ਦੀ ਸੀ, 10% depreciation ਥੱਲੇ ਲਿਖਤਾ, ਐਡਜਸਟਮੈਂਟ ਵਿੱਚ ਲਿਖਤਾ ਉਹਨੇ ਪ੍ਰੋਵਾਈਡ 10% depreciation on machinery। 10% depreciation on machinery ਇਹਦਾ ਮਤਲਬ ਇਹ ਹੈ depreciation ਹੈ ਜਿਹੜੀ ਹੈ 10% ਨਿਕਾਲੋ, ਇਹ ਹੋ ਗਿਆ 10%, 2 ਲੱਖ ਦਾ ਕਿੰਨਾ ਹੋ ਗਿਆ 20,000 ਰੁਪਏ ਸਾਡਾ ਇਧਰ ਹੋ ਗਿਆ ਪ੍ਰੋਫਿਟ ਐਂਡ ਲਾਸ ਅਕਾਊਂਟ। ਡਬਲ ਟ੍ਰੀਟਮੈਂਟ ਦੇ ਵਿੱਚ ਡੈਪਰੀਸ਼ੀਏਸ਼ਨ ਹੈ ਜਿਹੜੀ ਉਹ ਜੋ ਵੀ ਸੰਬੰਧਿਤ ਮਸ਼ੀਨਰੀ ਵਿੱਚ ਦਿੱਤੀ ਹੋਈ ਹੈ 2 ਲੱਖ ਰੁਪਏ ਦੀ ਹੈ ਤਾਂ ਡੈਪਰੀਸ਼ੀਏਸ਼ਨ ਮਸ਼ੀਨਰੀ ਦੀ ਕਾਸਟ ਵਿੱਚੋਂ ਡੈਪਰੀਸ਼ੀਏਸ਼ਨ ਘਟਾ ਦੇਾਂਗੇ ਤੇ ਜਿਹੜੀ ਐਗਜ਼ੈਕਟ ਵੈਲਿਊ ਹੈ ਉਹ ਉਹਦੇ ਫਿਕਸਡ ਐਸੈਟਸ ਦੀ ਲਿਖ ਦਿਆਂਗੇ। ਫਾਰ ਐਗਜ਼ਾਮਪਲ ਦੇਖੋ ਧਿਆਨ ਦਿਓ ਇੱਥੇ ਮਸ਼ੀਨਰੀ ਕਿਉਂਕਿ ਫਿਕਸਡ ਐਸੈਟ ਹੈ, ਮਸ਼ੀਨਰੀ ਕਿੰਨੀ ਹੋਗੀ ਇਨਰ ਕਾਲਮ ਵਿੱਚ ਲਿਖਣਾ 2 ਲੱਖ ਲੈਸ डेप्रीशिएशन ਨੂੰ ਲੈਸ ਕਰ ਦਿਆਂਗੇ 20,000, ਬਾਕੀ ਹੈਗਾ 1,80,000 ਰੁਪਏ ਦੀ ਮਸ਼ੀਨਰੀ ਹੈ ਜਿਹੜੀ ਉਹ ਆਊਟਰ ਕਾਲਮ ਦੇ ਵਿੱਚ ਚਲੀ ਜਾਏਗੀ। 1,80,000 ਦੀ ਮਸ਼ੀਨਰੀ ਹੈ ਜਿਹੜੀ ਉਹ ਆਊਟਰ ਕਾਲਮ ਵਿੱਚ ਚਲੀ ਜਾਏਗੀ। ਡਬਲ ਟ੍ਰੀਟਮੈਂਟ ਹੋ ਗਿਆ, ਇੱਕ ਪ੍ਰੋਫਿਟ ਐਂਡ ਲਾਸ ਅਕਾਊਂਟ ਹੋ ਗਿਆ, ਦੂਸਰਾ ਕਿੱਧਰ ਹੋ ਗਿਆ ਬੈਲੈਂਸ ਸ਼ੀਟ, ਦੂਸਰਾ ਕਿੱਧਰ ਹੋ ਗਿਆ ਬੈਲੈਂਸ ਸ਼ੀਟ ਵਿੱਚ। ਓਕੇ ਨੈਕਸਟ ਜਿਹੜਾ ਹੈ 6 ਹੋ ਗਿਆ ਆਪਣੇ, ਬਾਕੀ 4 ਨੈਕਸਟ ਲੈਕਚਰ ਵਿੱਚ ਕਰਨ ਜਾ ਰਹੇ ਹਾਂ ਆਪਾਂ। ਬੈਡ ਡੈਟਸ, ਪ੍ਰੋਵੀਜ਼ਨ ਫਾਰ ਬੈਡ ਡੈਟਸ, ਪ੍ਰੋਵੀਜ਼ਨ ਫਾਰ ਡਿਸਕਾਊਂਟ ਔਨ ਡੈਟਰਸ ਤੇ ਮੈਨੇਜਰਸ ਕਮਿਸ਼ਨ। ਥੋੜੇ ਜੇ ਲੰਬੇ ਹੈ ਇਸ ਲਈ ਇਹਦੇ ਵਾਸਤੇ ਨੈਕਸਟ ਲੈਕਚਰ ਇੱਕ ਬਣਾਉਣੇ ਆ। ਹੁਣ ਜੇ ਇੰਨਾ ਕੁ ਸਮਝ ਆ ਗਿਆ, ਇੰਨਾ ਕੁ ਜੋ ਮੈਂ ਹੁਣ ਬੋਲਿਆ ਜੋ ਲੈਕਚਰ ਦਿੱਤਾ ਹੈ ਇਹਨੂੰ ਸਮਝ ਆਇਆ ਤਾਂ ਪਲੀਜ਼ ਮੇਰਾ ਕਮਰਸ ਵਾਲਾ ਚੈਨਲ ਸਬਸਕ੍ਰਾਈਬ ਕਰੋ। ਜੇ ਲੈਕਚਰ ਸਮਝ ਆਇਆ ਤਾਂ ਬੱਚੇ ਇਹਨੂੰ ਲਾਈਕ ਕਰੋ, ਇਹਨੂੰ ਸ਼ੇਅਰ ਕਰੋ, ਠੀਕ ਹੈ।